हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ। ਤੇ ਆਪਾਂ ਗੱਲ ਕਰ ਰਹੇ ਸੀ ਗੁਰਮਤਿ ਕਾਵਿ ਦੀ। ਗੁਰਮਤਿ ਕਾਵਿ ਦੇ ਵਿੱਚ ਆਪਾਂ ਗੁਰੂ ਰਾਮਦਾਸ ਜੀ ਨੂੰ ਪੜ੍ਹਿਆ ਸੀ। ਹੁਣ ਆਪਾਂ ਬੇਟਾ ਜੀ ਗੱਲ ਕਰਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਆਪਣੀ 11ਵੀਂ ਵਾਲੀ ਜਮਾਤ ਦੀ ਗੱਲ ਕਰ ਰਹੇ ਹਾਂ ਆਪਾਂ। ਉਹਦੇ ਵਿੱਚ ਕੀ ਕੁਛ ਦਿੱਤਾ ਹੋਇਆ। ਹਾਂਜੀ, ਗੁਰੂ ਅਰਜਨ ਦੇਵ ਜੀ ਬਾਰੇ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਪਹਿਲੇ ਸ਼ਹੀਦ, ਸ਼ਹੀਦਾਂ ਦੇ ਸਰਤਾਜ। 1563 ਤੋਂ 1606 ਸਭ ਤੋਂ ਉੱਤਮ ਕਾਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਕੀਤਾ, ਉਹ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਜਿਹਨੂੰ ਆਪਾਂ ਆਦਿ ਗ੍ਰੰਥ ਕਹਿੰਦੇ ਹਾਂ। ਆਦਿ ਗ੍ਰੰਥ ਦੀ ਸੰਪਾਦਨਾ ਮਤਲਬ ਸਭ ਤੋਂ ਪਹਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਸ ਨੇ ਕੀਤੀ ਜੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਤੇ ਪਹਿਲਾ ਲਿਖਾਰੀ ਤੁਹਾਨੂੰ ਪਤਾ ਹੀ ਹੈ, ਪਹਿਲਾ ਰਾਈਟਰ ਕੌਣ ਸੀ? ਭਾਈ ਗੁਰਦਾਸ ਜੀ। ਹਾਂਜੀ, ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਤੀਜੇ ਗੁਰੂ ਅਮਰਦਾਸ ਜੀ ਨੇ। ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸੀਗੇ ਗੁਰੂ ਅਮਰਦਾਸ ਜੀ, ਤੀਜੇ ਗੁਰੂ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਇੱਕ ਉਪਾਧੀ ਨਾਲ ਸਨਮਾਨਿਤ ਕੀਤਾ ਸੀ, ਦੋਹਿਤਾ ਬਾਣੀ ਕਾ ਬੋਹਿਥਾ। ਬੋਹਿਥਾ ਦਾ ਸ਼ਾਬਦਿਕ ਅਰਥ ਹੁੰਦਾ ਜਹਾਜ਼, ਬਾਣੀ ਦਾ ਜਹਾਜ਼। ਵੀ ਜਿਹੜਾ ਇਸ 'ਤੇ ਲੜ ਲੱਗੂਗਾ ਉਹ ਜਿਵੇਂ ਜਹਾਜ਼ ਦੇ ਵਿੱਚ ਲੋਕ ਬੈਠੇ ਤਰ ਜਾਂਦੇ ਨੇ, ਉਵੇਂ ਹੀ ਤਰ ਜਾਊਗਾ। ਸਾਕਾਰ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ। ਸੰਪਾਦਨਾ ਪੂਰੀ ਕਦੋਂ ਕੀਤੀ ਹੈ ਜੀ? 1604 ਈਸਵੀ ਵਿੱਚ। ਉਸ ਦੇ 2 ਸਾਲ ਬਾਅਦ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ। ਹਾਂਜੀ, ਹੁਣ ਅੱਗੇ ਗੱਲ ਕਰਦੇ ਹਾਂ ਜੀ। ਗੁਰੂ ਸਾਹਿਬਾਨਾਂ ਦੇ ਨਾਲ ਨਾਲ 15 ਭਗਤ ਸੂਫੀ ਫਕੀਰਾਂ ਦੀ, ਪੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਜੀ। 11 ਪੱਟਾਂ ਦੀ, 4 ਗੁਰਸਿੱਖਾਂ ਦੀ। ਸੂਫੀਆਂ ਦੇ ਵਿੱਚ ਆ ਗਏ ਆਪਣੇ ਬਾਬਾ ਸ਼ੇਖ ਫਰੀਦ, ਅਤੇ ਉਹਦੇ ਨਾਲ ਨਾਲ ਜਿਹੜੇ 14 ਹੋਰ ਜਿਹੜੇ ਭਗਤ ਕਵੀ ਹੋਏ, ਆਪਾਂ ਉਹਨਾਂ ਦੀ ਗੱਲ ਕਰ ਚੁੱਕੇ ਹਾਂ, 15 ਭਗਤਾਂ ਦੀ। ਹਾਂ, ਗੁਰੂ ਸਾਹਿਬ ਵੱਲੋਂ ਕੀਤਾ ਗਿਆ ਸਭ ਤੋਂ ਮਹਾਨ ਕਾਰਜ ਹੈ ਜੀ ਅਧਿਆਤਮਕ, ਸਾਹਿਤਕ ਅਤੇ ਭਾਸ਼ਾਈ ਖੇਤਰ ਦੇ ਵਿੱਚ। ਇਹਦੇ 'ਤੇ ਇੱਕ ਆਪਾਂ ਅਲੱਗ ਵੀਡੀਓ ਬਣਾਵਾਂਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਜਿਹਦੇ ਵਿੱਚ ਉਸ ਦਾ ਮੈਂ ਕ੍ਰਮ ਤੁਹਾਨੂੰ ਦੱਸੂੰਗਾ ਵੀ ਕਿਸ ਤਰੀਕੇ ਨਾਲ, ਕਿੰਨੇ ਸੁਚੱਜੇ ਢੰਗ ਨਾਲ, ਕਿੰਨੇ ਸ਼ਾਨਦਾਰ ਤਰੀਕੇ ਨਾਲ ਸੰਪਾਦਨਾ ਕੀਤੀ ਗਈ। ਹਾਂਜੀ, ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਆਪਾਂ ਪੜ੍ਹ ਲਈ ਸੀ ਗੱਲ। ਕੁੱਲ ਸ਼ਬਦ ਕਿੰਨੇ ਬਣਦੇ ਆ ਜੀ? 2312। ਕਿੰਨੇ ਵੀ ਦੇ ਦਿੱਤੇ ਹੋ ਸਕਦੇ ਆ ਕਿਸੇ ਹੋਰ ਨੇ, ਆਪਣੇ ਆਪਣੇ ਹਿਸਾਬ ਨਾਲ ਗਿਣਤੀ ਕਰਨ ਦੇ ਤਰੀਕੇ ਹੈ ਹਰ ਆਲੋਚਕ ਦੇ, ਪਰ ਕਾਮਨ ਜਿਹੜਾ ਹੈਗਾ ਉਹ ਉੱਤਰ ਕੀ ਆਉਂਦਾ? 2312। ਅੱਗੇ ਵੇਖ ਲਾਂਗੇ, ਅਗਰ ਕਿਸੇ ਹੋਰ ਨੇ ਮੰਨ ਲਓ ਇਹ 2312 ਵੀ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿਹਦੇ ਅਨੁਸਾਰ ਹੈ। ਹਾਂਜੀ, ਸੰਪਾਦਨਾ ਦੇ ਕੁੱਲ 1430 ਪੰਨਿਆਂ ਦੇ ਅੱਧ ਦੇ ਸਮਾਨਾਂਤਰ ਹੈ। 1430 ਦਾ ਅੱਧ 715, ਲਗਭਗ 715 ਸਫ਼ਿਆਂ ਉੱਪਰ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 2312 ਸ਼ਬਦ ਹਨ। ਸੁਖਮਣੀ ਸਾਹਿਬ ਅਤੇ 52 ਅੱਖਰੀ ਪ੍ਰਬੰਧ ਕਾਵਿ ਦੀਆਂ ਉੱਤਮ ਵੰਨਗੀਆਂ ਹਨ। ਦੇਖੋ ਜੀ, ਇੱਕ ਹੁੰਦਾ ਦ੍ਰਿਸ਼ਿਆ ਕਾਵਿ, ਇੱਕ ਹੁੰਦਾ ਸ਼੍ਰਵਿਆ ਕਾਵਿ। ਸ਼੍ਰਵਿਆ ਕਾਵਿ ਮਤਲਬ ਜਿਹਨੂੰ ਕੰਨਾਂ ਨਾਲ ਸੁਣਿਆ ਜਾ ਸਕੇ। ਹਾਂ, ਸ਼੍ਰਵਿਆ ਕਾਵਿ ਹੈ ਜਿਹੜਾ, ਉਹਦੇ ਵਿੱਚ ਅੱਗੇ ਕਾਵਿ ਦੇ ਕਈ ਪ੍ਰਕਾਰ ਆਉਂਦੇ ਆ, ਜਿਹਦੇ ਵਿੱਚ ਆਪਾਂ ਇੱਕ ਪੜ੍ਹਦੇ ਹਾਂ ਪ੍ਰਬੰਧ ਕਾਵਿ, ਇੱਕ ਪੜ੍ਹਦੇ ਹਾਂ ਮੁਕਤਕ ਕਾਵਿ। ਪ੍ਰਬੰਧ ਕਾਵਿ, ਪ੍ਰਬੰਧ ਸ਼ਾਬਦਿਕ ਅਰਥ ਮਤਲਬ ਕੋਈ ਸੀਕਵੈਂਸ ਦੇ ਵਿੱਚ ਕੋਈ ਚੀਜ਼ ਹੋਵੇ, ਮਤਲਬ ਕੋਈ ਵਿਸਥਾਰਮਈ ਕਥਾ, ਕੋਈ ਵਿਸਤਾਰਮਈ ਕੋਈ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਮਤਲਬ ਪਹਿਲੇ ਬੰਦ ਦੇ ਵਿੱਚ, ਫਿਰ ਉਸ ਤੋਂ ਬਾਅਦ ਅੱਗੇ ਉਸ ਦਾ ਦੂਸਰੇ ਬੰਦ ਦੇ ਵਿੱਚ, ਦੂਸਰੇ ਪਹਿਰੇ ਦੇ ਵਿੱਚ ਉਹ ਵਿਸਥਾਰ ਦੇ ਨਾਲ ਚੱਲ ਰਹੀ ਹੈ। ਉਹਨੂੰ ਕਿਹਾ ਜਾਂਦਾ ਪ੍ਰਬੰਧ ਕਾਵਿ। ਵਿਸਥਾਰਮਈ ਕੋਈ ਆਪਾਂ ਗੱਲ ਦੱਸਣੀ ਹੈ ਕਵਿਤਾ ਦੇ ਵਿੱਚ, ਪ੍ਰਬੰਧ ਕਾਵਿ ਉਹਦੇ ਵਾਸਤੇ ਬਹੁਤ ਹੀ ਸ਼ਾਨਦਾਰ ਹੈ। ਮੁਕਤਕ ਕਾਵਿ ਮਤਲਬ ਹੁੰਦਾ ਵੀ ਬੰਦ ਦੇ ਵਿੱਚ ਇੱਕ ਦੇ ਵਿੱਚ ਵਿਸ਼ਾ ਹੋਰ, ਦੂਸਰੇ ਦੇ ਵਿੱਚ ਵਿਸ਼ਾ ਹੋਰ, ਤੀਸਰੇ ਦੇ ਵਿੱਚ ਵਿਸ਼ਾ ਹੋਰ, ਪਰ ਪ੍ਰਬੰਧ ਕਾਵਿ ਦੇ ਵਿੱਚ ਕਿੰਨੇ ਵੀ ਮੰਨ ਲਓ ਬੰਦ ਲਿਖੇ ਹੋਣ, ਉਹਨਾਂ ਦਾ ਵਿਸ਼ਾ ਇੱਕੋ ਹੀ ਰਹਿੰਦਾ ਹੈ, ਗੱਲ ਇੱਕੋ ਹੀ ਰਹਿੰਦੀ ਹੈ, ਉਸੇ ਨੂੰ ਵਿਸਥਾਰ ਦਿੱਤਾ ਜਾਂਦਾ ਹੈ। ਇੱਕ ਪ੍ਰਬੰਧ ਅਧੀਨ ਸਿਸਟਮ ਜਿਹਨੂੰ ਆਪਾਂ ਕਹਿ ਦਿੰਦੇ। ਪ੍ਰਬੰਧ ਕਾਵਿ ਦੀਆਂ ਉੱਤਮ ਵੰਨਗੀਆਂ, ਉੱਤਮ ਪ੍ਰਕਾਰ ਕਿਹੜੀਆਂ ਕਿਹੜੀਆਂ? ਸੁਖਮਣੀ ਸਾਹਿਬ ਅਤੇ 52 ਅੱਖਰੀ। 12 ਮਾਹ ਰਾਗ ਮਾਝ ਦੇ ਵਿੱਚ ਲਿਖੀ ਹੋਈ ਹੈ ਗੁਰੂ ਅਰਜਨ ਦੇਵ ਜੀ ਦੀ। 12 ਮਾਹ ਰਾਗ ਮਾਝ ਦੇ ਵਿੱਚ ਇੱਕ
ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ 12ਵਾਂ, ਉਹ ਹੈਗੀ ਹੈ ਤੁਖਾਰੀ ਰਾਗ ਦੇ ਵਿੱਚ। ਦੋਨਾਂ ਦੀ ਗੱਲ ਮੈਂ ਤੁਹਾਨੂੰ ਪੂਰੀ ਸ਼ਾਨਦਾਰ ਦੱਸੂਗਾ, ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ। ਇੱਕ ਵਾਰੀ ਕਾਮਨ ਗੱਲ ਚੇਤੇ ਰੱਖ ਲਿਓ ਵੀ 12ਵਾਂ ਰਾਗ ਮਾਝ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਹੈ, ਤੇ 12ਵਾਂ ਜਿਹੜੀ ਤੁਖਾਰੀ ਰਾਗ ਦੇ ਵਿੱਚ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਹੈ ਬੇਟਾ ਜੀ। ਗਾਥਾ ਅਤੇ ਸਹਿਸਕ੍ਰਿਤੀ ਆਪ ਜੀ ਦੀਆਂ ਹੋਰ ਵੱਡੀਆਂ ਪ੍ਰਸਿੱਧ ਬਾਣੀਆਂ ਹਨ। ਇੱਕ ਗਾਥਾ ਵੀ ਹੁੰਦੀ ਹੈ, ਇੱਕ ਸਹਿਸਕ੍ਰਿਤੀ ਵੀ ਹੁੰਦੀ ਹੈ, ਸਾਰੀ ਗੱਲ ਕਰਾਂਗੇ ਆਪਾਂ। ਹਾਂਜੀ, ਗੌੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ ਤੇ ਬਸੰਤ ਵਿੱਚ 6 ਵਾਰਾਂ ਦੀ ਰਚਨਾ ਕੀਤੀ ਹੈ। ਸਭ ਤੋਂ ਵੱਡੇ ਵਾਰਕਾਰ ਆਪਾਂ ਨੂੰ ਪਤਾ ਹੈ ਗੁਰੂ ਰਾਮਦਾਸ ਜੀ ਹੈ, ਜਿਨ੍ਹਾਂ ਨੇ 8 ਵਾਰਾਂ ਦੀ ਰਚਨਾ ਕੀਤੀ ਹੈ। ਤੇ ਹੁਣ ਸਾਡੇ ਗੁਰੂ ਅਰਜਨ ਦੇਵ ਜੀ ਹੈ ਜਿਹੜੇ, ਉਹਨਾਂ ਨੇ 6 ਵਾਰਾਂ ਦੀ ਰਚਨਾ ਕੀਤੀ ਹੈ। ਕਿਹੜੀਆਂ, ਕਿਹੜੇ ਕਿਹੜੇ ਰਾਗ ਵਿੱਚ? ਗੌੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ ਤੇ ਬਸੰਤ। ਇਸ ਤੋਂ ਬਿਨਾਂ ਫੁੰਨੇ, ਪਹਿਰੇ, ਸ਼ਬਦ, ਅਸ਼ਟਪਦੀਆਂ, ਸ਼ਲੋਕ, ਮੁੰਦਾਵਣੀ ਅਤੇ ਚੌਬੋਲੇ। ਮੁੰਦਾਵਣੀ ਤੇ ਵੀ ਗੱਲ ਕਰਾਂਗੇ ਆਪਾਂ, ਪ੍ਰਸ਼ਨ ਇਸ ਤਰ੍ਹਾਂ ਦੇ ਬਹੁਤ ਆਉਂਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਆਪ ਨੇ ਜੀ ਨੇ ਬਾਣੀ ਰਚੀ ਹੈ। ਗੁਰੂ ਅਰਜਨ ਦੇਵ ਜੀ ਨੇ ਇੱਕ ਰਾਗ ਜੈਜਾਵੰਤੀ ਨੂੰ ਛੱਡ ਕੇ, ਜੈਜਾਵੰਤੀ ਆਖਰੀ ਰਾਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਨਹੀਂ ਹੈ। ਇੱਕਮਾਤਰ ਗੁਰੂ ਦੀ ਬਾਣੀ ਹੈ, ਉਹਦੇ ਵਿੱਚ ਜੈਜਾਵੰਤੀ ਰਾਗ ਹੀ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਇਆ। ਸਾਰਾ ਹੀ, ਸਾਰੇ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ। ਵੇਖੋ ਜੀ ਕਿਹੜੇ ਕਿਹੜੇ ਛੰਦ ਰਚੇ, ਛੰਦਾਂ 'ਚ ਬਾਣੀ ਰਚੀ ਹੈ। ਸ਼ਲੋਕ, ਅਸ਼ਟਪਦੀ, ਚੌਪਈ, ਸਵਈਆ, ਸੂਰਠਾ, ਸ਼ਬਦ, ਛੰਤ, ਨਿਸ਼ਾਨੀ, ਦੋਹਰਾ, ਤਾਟੰਕ, ਤੋਮਰ, ਸਿਰਖੰਡੀ, ਇਹ ਛੰਦਾਂ ਦੀ ਵਰਤੋਂ ਕੀਤੀ ਹੈ। ਅਲੰਕਾਰ ਕਿਹੜੇ ਕਿਹੜੇ? ਉਪਮਾ, ਰੂਪਕ, ਅਨੁਪਰਾਸ, ਲੋਕੋਕਤੀ, ਯਮਕ, ਵਿਭਾਵਨਾ, ਉਲਾਸ, ਦ੍ਰਿਸ਼ਟਾਂਤ, ਇਹ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਸ਼ਾਂਤ, ਸ਼ਿੰਗਾਰ ਤੇ ਅਦਭੁਤ ਰਸ ਦੀ ਥਾਂ ਪਰ ਥਾਂ ਬੜੀ ਸੁਯੋਗ ਵਰਤੋਂ ਕੀਤੀ ਹੈ। ਬਾਣੀ ਗਿਣਾਤਮਕ ਤੇ ਗੁਣਾਤਮਕ, ਵਿਸ਼ੇਗਤ ਤੇ ਰੂਪਕ, ਰਾਗ ਤੇ ਸੰਗੀਤ, ਮਿਠਾਸ ਤੇ ਰਵਾਨੀ ਦਾ ਸ੍ਰੇਸ਼ਟ ਨਮੂਨਾ ਹੈ। ਗੁਣਾ ਪੱਖੋਂ ਵੀ ਤੇ ਗਿਣਤੀ ਪੱਖੋਂ ਵੀ। ਗਿਣਤੀ ਪੱਖੋਂ ਤਾਂ ਸਭ ਤੋਂ ਜ਼ਿਆਦੀ ਹੈ। ਸੁਖਮਨੀ ਸਾਹਿਬ ਪ੍ਰਬੰਧ ਕਾਵਿ ਦਾ ਸਿਖਰ ਹੈ। ਸੁਖਮਨੀ ਸਾਹਿਬ ਦੇ ਵਿੱਚ ਪ੍ਰਬੰਧ ਕਾਵਿ ਬੜੇ ਤਰੀਕੇ ਨਾਲ ਲਿਖਿਆ ਗਿਆ। ਸਭ ਤੋਂ ਪਹਿਲਾਂ ਸ਼ਲੋਕ, ਫਿਰ ਅਸ਼ਟਪਦੀ ਚੱਲਦੀ ਹੈ, ਬੜੇ ਤਰੀਕੇ ਨਾਲ ਲਿਖਿਆ ਗਿਆ। ਹਰ ਅਸ਼ਟਪਦੀ ਦੀਆਂ 10-10 ਤੁਕਾਂ ਰੱਖੀਆਂ ਗਈਆਂ ਹਨ। 8 ਪਦੀਆਂ, 8 ਮਤਲਬ 8 ਪਦਿਆਂ ਦੇ ਵਿੱਚ ਉਹਨੂੰ ਆਪਾਂ ਕਹਿ ਦਿੰਦੇ ਹਾਂ ਅਸ਼ਟਪਦੀ। ਬੜਾ ਫਿਰ ਉਸ ਤੋਂ ਬਾਅਦ ਫਿਰ ਇੱਕ ਸ਼ਲੋਕ, ਇਸ ਤਰ੍ਹਾਂ ਕਰਕੇ ਕੁੱਲ 24 ਅਸ਼ਟਪਦੀਆਂ, 24 ਸ਼ਲੋਕ ਹੈ। ਨਾਲ ਕਰਾਂਗੇ ਇਹਦੇ 'ਤੇ ਵੀ ਗੱਲ ਸੁਖਮਨੀ ਸਾਹਿਬ 'ਤੇ। ਚੌਪਈ ਛੰਦ ਦੇ ਵਿੱਚ ਲਿਖੀ ਹੋਈ ਹੈ। ਹਾਂਜੀ, ਜੈਤਸਰੀ ਦੀ ਵਾਰ ਵਿੱਚ ਪੂਰਬੀ, ਲਹਿੰਦੀ ਤੇ ਕੇਂਦਰੀ 3 ਭਾਸ਼ਾ ਸ਼ੈਲੀਆਂ ਦਾ ਸਫਲ ਤੇ ਕਲਾਤਮਕ ਪ੍ਰਯੋਗ ਹੋਇਆ ਬੇਟਾ ਜੀ। ਆਹ ਪ੍ਰਸ਼ਨ ਆਇਆ ਸੀ ਬੇਟਾ ਜੀ, ਦੇਖ ਲਿਓ ਕਿਹਦੇ ਵਿੱਚ ਆਇਆ, 2nd ਗ੍ਰੇਡ ਵਾਲੇ 'ਚ, ਪਤਾ ਨਹੀਂ 1st ਗ੍ਰੇਡ ਵਾਲੇ, ਦੇਖ ਲਿਓ ਤੁਸੀਂ, ਮੈਨੂੰ ਯਾਦ ਨਹੀਂ ਹੈ ਪਰ ਜ਼ਰੂਰ ਦੇਖਿਓ ਵੀ ਜੈਤਸਰੀ ਦੀ ਵਾਰ ਵਿੱਚ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦਾ ਸੁਮੇਲ ਹੈ ਬੇਟਾ ਜੀ। ਉਹ ਹੈਗੀ ਹੈ ਪੂਰਬੀ ਭਾਸ਼ਾ, ਲਹਿੰਦੀ ਭਾਸ਼ਾ ਤੇ ਕੇਂਦਰੀ, ਤਿੰਨੇ ਸ਼ੈਲੀਆਂ ਦਾ ਸਫਲ ਤੇ ਕਲਾਤਮਕ ਵਰਤੋਂ। ਐਵੇਂ ਪ੍ਰਸ਼ਨ ਆਉਂਦੇ ਆ 11ਵੀਂ ਵਾਲੀ ਕਿਤਾਬ 'ਚੋਂ, ਐਵੇਂ ਕਹਿ ਦਿੰਦੇ ਆਪਾਂ ਵੀ ਪ੍ਰਸ਼ਨ ਨਹੀਂ। ਵੇਖ ਲਓ ਇਹਦੇ ਵਿੱਚੋਂ ਬਹੁਤ ਪ੍ਰਸ਼ਨ ਬਣਨਗੇ। ਹਾਂਜੀ, ਅੱਗੇ ਦੇਖੋ, ਕਿਤੇ ਕਿਤੇ ਸਾਧ ਭਾਖਾ ਸ਼ੁੱਧ ਤੇ ਠੇਠ ਪੰਜਾਬੀ ਹੈ, ਕਿਤੇ ਕਿਤੇ ਸਾਧ ਭਾਖਾ ਪ੍ਰਾਕ੍ਰਿਤ, ਸੰਸਕ੍ਰਿਤ, ਬ੍ਰਜੀ, ਲਹਿੰਦੀ ਵੀ ਰਚੀ ਹੈ। ਅੱਗੇ ਦੇਖ ਲਓ, ਸੁਖਮਨੀ ਸਾਹਿਬ ਦੇ ਵਿੱਚੋਂ ਲਿਆ ਹੋਇਆ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਅੱਗੇ ਹੋਰ ਦੇਖ ਲਓ, ਆਹ ਜਿਹੜਾ ਹੈਗਾ, ਆਹ ਜਿਹੜਾ ਬੰਦ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਦੀ ਰਚਨਾ। ਜਾ ਕੋ ਮੁਸ਼ਕਿਲ ਅਤ ਬਣੈ, ਢੋਈ ਕੋਇ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਭੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨ ਤਤੀ ਵਾਓ। ਇਹ ਹੈ ਜਿਹੜਾ ਉਦਾਹਰਣ, ਇਹ ਬੇਟਾ ਜੀ ਗੁਰੂ ਅਰਜਨ ਦੇਵ ਜੀ ਦੀ। ਅੱਗੇ ਦੇਖੋ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਇਹ ਵੀ ਬੜਾ ਸੋਹਣਾ ਉਦਾਹਰਣ ਹੈ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਇਹ ਗੱਲਾਂ ਚੇਤੇ ਰੱਖਿਓ। ਇਹ ਜਿਹੜੇ ਤੁਕਾਂ ਲਿਖੀਆਂ ਹੋਈਆਂ ਬੇਟਾ ਜੀ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ। ਇਹ ਗੱਲ ਜ਼ਰੂਰ ਚੇਤੇ ਰੱਖਣੀ ਹੈ। ਹੋ ਸਕਦਾ ਪ੍ਰਸ਼ਨ ਬਣੇ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ, ਉਪਰੋਕਤ 17 ਕਿਸ ਦੀਆਂ ਰਚੀਆਂ ਹੋਈਆਂ ਹਨ? ਉੱਤਰ ਦੇ ਦਿਓ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ। ਹੁਣ ਗੱਲ ਕਰਦੇ ਹਾਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ। 1621 ਤੋਂ 1675 ਗੁਰੂ ਤੇਗ ਬਹਾਦਰ ਜੀ ਦੇ
ਜਿਹੜੇ ਹਿੱਸੇ ਵਿੱਚ ਬਾਣੀ ਕਿਹੜੀ ਆਈ ਹੈ, ਮਤਲਬ ਗੁਰੂ ਤੇਗ ਬਹਾਦਰ ਜੀ ਨੇ ਕਿਹੜੀ ਬਾਣੀ ਦੀ ਰਚਨਾ ਕੀਤੀ ਹੈ। ਇੱਕ ਤਾਂ 59 ਪਦੇ ਰਚੇ ਹੈ, ਸ਼ਬਦ 59 ਪਦੇ ਜਾਂ ਸ਼ਬਦਾਂ ਦੀ ਰਚਨਾ ਕੀਤੀ ਹੈ ਤੇ 57 ਸ਼ਲੋਕਾਂ ਦੀ 57 ਸ਼ਲੋਕ 57 ਸ਼ਲੋਕਾਂ ਦੀ ਰਚਨਾ ਕੀਤੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ, ਕਿਉਂਕਿ ਇਸ ਤੋਂ ਪਹਿਲਾਂ ਆਦਿ ਗ੍ਰੰਥ ਦੀ ਜਿਹੜੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਦੀ ਕਰ ਚੁੱਕੇ ਸੀ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਉਦੋਂ ਕੁੱਲ 35 ਸ਼ਖਸੀਅਤਾਂ ਦੀ ਬਾਣੀ ਆਦਿ ਗ੍ਰੰਥ ਵਿੱਚ ਦਰਜ ਕੀਤੀ ਗਈ। 36ਵਾਂ ਜਿਹੜਾ ਸ਼ਖਸੀਅਤ ਸੀ ਉਹ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਿਸ ਨੇ ਕੀਤੀ? ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ ਜੀ। ਦੇਖੋ ਉਸ ਦਾ ਬੀੜ ਦਾ ਨਾਮ ਕੀ ਹੈ? ਦਮਦਮਾ ਸਾਹਿਬ ਵਿਖੇ ਸੰਕਲਿਤ, ਜੋ ਬਾਅਦ ਵਿੱਚ ਦਮਦਮੇ ਵਾਲੀ ਬੀੜ ਅਖਵਾਈ ਉਸ ਨੂੰ। ਦਮਦਮਾ ਸਾਹਿਬ ਆਪਣਾ ਪਤਾ ਹੀ ਹੈ, ਬਠਿੰਡੇ ਤੋਂ 30 ਕਿਲੋਮੀਟਰ ਹੈ ਸਾਈਡ 'ਤੇ ਪੈਂਦਾ, ਤੇ ਜਿਹਨੂੰ ਆਪ ਸਾਬੋ ਤਲਵੰਡੀ ਸ਼ਹਿਰ ਕਿਹਾ ਜਾਂਦਾ, ਤਖਤ ਸ੍ਰੀ ਦਮਦਮਾ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਦੇ ਅੰਤਰਗਤ ਬਾਣੀ ਵਿਚਾਰੀ ਗਈ ਹੈ। ਗੁਰੂ ਤੇਗ ਬਹਾਦਰ ਜੀ ਤੇ ਇੱਕ ਵੀਡੀਓ ਪੂਰੇ ਮਿਲੇਗੀ ਜਿਹਦੇ ਵਿੱਚ ਤੁਹਾਨੂੰ ਦੱਸ ਦੂੰਗਾ ਵੀ ਕਿਹੜੇ 15 ਰਾਗ ਹੈ। ਫਿਲਹਾਲ ਇੰਨਾ ਧਿਆਨ 'ਚ ਰੱਖਿਓ ਵੀ 15 ਰਾਗਾਂ ਦੇ ਵਿੱਚ ਹੈ। ਜੈਜਾਵੰਤੀ ਸਿਰਫ ਆਪ ਦੁਆਰਾ ਹੀ ਬਾਣੀ ਰਚੀ ਗਈ ਹੈ। ਤੁਹਾਨੂੰ ਦੱਸਿਆ ਸੀਗਾ ਵੀ ਜੈਜਾਵੰਤੀ ਦੇ ਵਿੱਚ ਅਗਰ ਆ ਜਾਵੇ, ਪ੍ਰਸ਼ਨ ਬਹੁਤ ਬਣਦੇ ਆ ਜੈਜਾਵੰਤੀ ਰਾਗ ਨਾਲ ਸੰਬੰਧਿਤ। ਪਹਿਲਾ ਪ੍ਰਸ਼ਨ ਕੀ ਬਣਦਾ ਹੈ ਕਿ ਜੈਜਾਵੰਤੀ ਰਾਗ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ? ਜੀ ਇੱਕ ਗੁਰੂ ਦੀ ਬਾਣੀ ਦਰਜ ਹੈ। ਕਿਹੜੇ ਗੁਰੂ ਦੀ? ਗੁਰੂ ਤੇਗ ਬਹਾਦਰ ਜੀ ਦੀ। ਅੱਗੇ ਦੇਖੋ ਜੀ, ਬਾਣੀ ਦੇ ਵਿੱਚ ਵੈਰਾਗ, ਕਰੁਣਾ, ਜੀਵਨ ਦੀ ਅਸਮਾਨਤਾ ਦਾ ਪ੍ਰਭਾਵਸ਼ਾਲੀ ਚਿੱਤਰਨ ਕਰਦੀ ਹੈ। ਪਦਾਰਥਾਂ ਤੇ ਲੋਭ ਲਾਲਚਾਂ ਨੂੰ ਤਿਆਗਣਾ ਅਤੇ ਸੱਚੇ ਮਾਰਗ ਚੱਲਣ ਦਾ ਉਪਦੇਸ਼ ਦਿੰਦੀ ਹੈ। ਸਭ ਤੋਂ ਵੱਡੀ ਗੱਲ ਵੈਰਾਗ ਤੇ ਕਰੁਣਾ ਤੇ ਜੀਵਨ ਦੀ ਅਸਮਾਨਤਾ। ਬਾਣੀ ਸ਼ੁੱਧ ਹਿੰਦੀ ਦੇ ਵਿੱਚ ਹੈ, ਉਸ ਉੱਪਰ ਪੰਜਾਬੀ ਦਾ ਪ੍ਰਤੱਖ ਪ੍ਰਭਾਵ ਹੈ। ਧਿਆਨ ਰੱਖਿਓ ਇਸ ਪ੍ਰਸ਼ਨ ਨੂੰ, ਬਹੁਤ ਸ਼ਾਨਦਾਰ ਪ੍ਰਸ਼ਨ ਹੈ। ਗੁਰੂ ਤੇਗ ਬਹਾਦਰ ਜੀ ਦੀ ਰਚਨਾ ਹਿੰਦੀ ਦੇ ਵਿੱਚ ਹੈ, ਦੇਖ ਲਿਓ ਤੁਸੀਂ, ਹੁਣ ਪਤਾ ਲੱਗੂਗਾ ਤੁਹਾਨੂੰ। ਆਹ ਸ਼ਲੋਕ ਜਿਹੜੇ ਅੰਤ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹੈਗੇ ਆ, ਸ਼ਲੋਕ 12 ਤੇ ਵਧੇਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਅੰਕਿਤ ਕੀਤੇ ਗਏ ਹਨ। ਕਿੰਨੇ ਸ਼ਲੋਕ ਹਨ? 57 ਸ਼ਲੋਕ, 57 57, ਪਿਓਰ ਪੰਜਾਬੀ ਦੇ ਵਿੱਚ 57। ਹਾਂਜੀ, ਦੇਖੋ ਕੀ ਹੈ ਸ਼ਲੋਕ। ਜਿਉ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਕਹਿਣ ਦਾ ਮਤਲਬ ਵੀ ਇਹ ਸਾਰਾ ਸੰਸਾਰ ਹੈ ਜਿਹੜਾ, ਇਹ ਇੱਕ ਸੁਪਨੇ ਵਰਗਾ ਹੈ। ਅੱਗੇ ਦੇਖੋ ਜੀ, ਜਗ ਰਚਨਾ, ਇਹ ਤਿੰਨੋਂ ਦੇ ਤਿੰਨੇ ਜਿਹੜੇ ਪਦ ਲਿਖੇ ਹੋਏ ਹਨ, ਇਹ ਤਿੰਨੋਂ ਦੀਆਂ ਤਿੰਨੇ ਪੰਕਤੀਆਂ ਜਿਹੜੀਆਂ ਲਿਖੀਆਂ ਹੋਈਆਂ ਹਨ। ਸ਼ਲੋਕ ਹੈ ਇਹ ਜੀ, ਜਿਹੜੇ 57 ਸ਼ਲੋਕ ਅੰਤ ਵਿੱਚ ਅੰਕਿਤ ਕੀਤੇ ਗਏ ਹਨ। ਉਹਨਾਂ ਦੇ ਵਿੱਚੋਂ ਉਦਾਹਰਨਾਂ ਇਹ ਸ਼ਲੋਕਾਂ ਦੀਆਂ ਉਦਾਹਰਨਾਂ ਤਿੰਨੇ। ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਪੀਤ। ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਸ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਗਿਆਨੀ ਦੀ ਪਰਿਭਾਸ਼ਾ ਦਿੱਤੀ ਹੈ ਵੀ ਗਿਆਨੀ ਕਿਹਨੂੰ ਕਹਿੰਦੇ ਆ। ਸਾਡੇ ਲੋਕ ਤਾਂ ਕਿਸੇ ਜੂੜੀ ਵਾਲਾ ਛੋਟਾ ਜਵਾਕ ਦੇਖਿਆ ਉਹਨੂੰ ਕਹਿੰਦੇ ਔਰ ਗਿਆਨੀ ਕੀ ਹਾਲ ਹੈ। ਇਹ ਨਹੀਂ ਗੀ ਪਰਿਭਾਸ਼ਾ ਗਿਆਨੀ ਦੀ। ਗਿਆਨੀ ਦੀ ਪਰਿਭਾਸ਼ਾ ਕੀ ਹੈ? ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਜੋ ਨਾ ਕਿਸੇ ਦਾ ਡਰ ਮੰਨਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਗਿਆਨੀ। ਲਓ ਜੀ, ਗੁਰੂ ਤੇਗ ਬਹਾਦਰ ਜੀ ਦੀਆਂ ਗੱਲਾਂ ਆਪਣੀਆਂ ਕਲੀਅਰ ਹੋਈਆਂ। 59 ਪਦੇ ਸ਼ਬਦ ਤੇ 57 ਸ਼ਲੋਕ, 15 ਰਾਗਾਂ ਦੇ ਵਿੱਚ ਬਾਣੀ। ਸਿਰਫ ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਇਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਮਦਮਾ ਸਾਹਿਬ ਵਿਖੇ ਅੰਕਿਤ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ, ਜਿਸ ਨੂੰ ਦਮਦਮੇ ਵਾਲੀ ਬੀੜ ਕਿਹਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਜੀ ਮਹਾਨ ਸ਼ਖਸੀਅਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। 1666 1708 ਤੁਸੀਂ ਸਾਰੇ ਜਾਣਦੇ ਹੋ ਜੀ। ਮਹਾਨ ਅਧਿਆਤਮਿਕ ਆਗੂ ਹੋਣ ਦੇ ਨਾਲ ਨਾਲ ਉੱਤਮ ਦਰਜੇ ਦੇ ਸਾਹਿਤਕਾਰ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ, ਵਿਦਵਾਨਾਂ ਦਾ ਮੰਨਣਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 57 ਸ਼ਲੋਕ ਅੰਕਿਤ ਕੀਤੇ ਗਏ ਹਨ, ਉਹਨਾਂ ਦੇ ਵਿੱਚੋਂ ਸ਼ਲੋਕ ਨੰਬਰ 54 ਹੈ ਜਿਹੜਾ, ਉਹ ਕੀ ਹੈ? ਜੋ ਸ਼ਲੋਕ ਨੰਬਰ 53 ਦੇ ਪ੍ਰਤੀ ਉੱਤਰ ਵਿੱਚ ਰਚਿਆ ਗਿਆ ਹੈ। ਸ਼ਲੋਕ ਨੰਬਰ 53 ਤੇ 54 ਮੈਂ ਵੇਖ ਹੀ ਲੈਨੇ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ
कि हालांकि मैनू याद है सारे श्लोक, पर चलो कई बारी हो जाता है याद नहीं रहिंदी चीज़, पर पढ़ के तुहानू जरूर सुनाऊँगा मैं। हाँ जी, गुरु तेग बहादुर जी दे श्लोक, ਉਹਦੇ ਵਿੱਚੋਂ ਸ਼ਲੋਕ ਮਹੱਲਾ ਨਾਵਾਂ ਨਾਮ ਤੋਂ ਜਿਹੜੇ ਚੱਲਦੇ ਆ। ਹਾਂਜੀ, ਆਪਾਂ ਵੇਖਣਾ ਹੈ ਸਾਡਾ 53 ਤੇ 54 ਨੰਬਰ ਸ਼ਲੋਕ। ਲਓ ਜੀ, 53 ਨੰਬਰ ਹੈ ਜਿਹੜਾ, ਉਹਦੇ ਉੱਪਰ ਲਿਖਿਆ ਹੋਇਆ ਦੋਹਰਾ। ਉਸ ਤੋਂ ਬਾਅਦ ਸ਼ੁਰੂ ਕੀਤਾ ਹੈ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ। ਪ੍ਰਤੀ ਉੱਤਰ ਦੇ ਵਿੱਚ ਕਿਵੇਂ ਰਚਿਆ ਗਿਆ? 53 ਤੇ 54 ਨੰਬਰ ਸ਼ਲੋਕ ਦੀ ਗੱਲ ਕਰ ਰਹੇ ਹਾਂ। ਕੁੱਲ ਸ਼ਲੋਕ 57 ਨੇ, ਉਹਨਾਂ ਦੇ ਵਿੱਚੋਂ 53 ਤੇ 54 ਨੰਬਰ ਸ਼ਲੋਕ। ਲਓ ਜੀ, ਮੈਂ ਦੱਸਦਾ ਤੁਹਾਨੂੰ ਕੀ ਹੈ ਇਹਦੇ ਵਿੱਚ। ਸ਼ਲੋਕ ਨੰਬਰ 53 ਹੈ ਜਿਹੜਾ, ਉਹ ਵਿਦਵਾਨ ਕਈ ਕਹਿੰਦੇ ਹੈ ਵੀ ਸ਼ਲੋਕ ਨੰਬਰ 53 ਗੁਰੂ ਤੇਗ ਬਹਾਦਰ ਜੀ ਨੇ ਇੱਕ ਸਵਾਲ ਕੀਤਾ ਹੈ, ਤੇ ਸ਼ਲੋਕ ਨੰਬਰ 54 ਵਿਦਵਾਨ ਕਹਿੰਦੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਉੱਤਰ ਦਿੱਤਾ ਹੈ। ਉਹਨੂੰ ਕਿਹਾ ਜਾਂਦਾ ਹੈ ਪ੍ਰਤੀ ਉੱਤਰ ਦੇ ਵਿੱਚ। ਕਿਹੜਾ ਕਿਹੜਾ ਦੇਖ ਲਓ। ਸ਼ਲੋਕ ਨੰਬਰ 53 ਦਾ ਕੀ ਬਣਦਾ ਮਤਲਬ? ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ। ਹੁਣ ਇਹਦੇ ਵਿੱਚ ਕੀ ਆ? ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਬਲ ਛੁਟਕਿਓ, ਬਲ ਆ ਜਿਹੜਾ ਉਹ ਘਟ ਗਿਆ, ਬੰਧਨ ਪਰੇ ਤਰ੍ਹਾਂ ਤਰ੍ਹਾਂ ਦੇ ਬੰਧਨ ਪੈ ਗਏ, ਫਾਹੇ ਪੈ ਗਏ, ਕਛੂ ਨਾ ਹੋਤ ਉਪਾਏ, ਕੋਈ ਵੀ ਉਪਾਅ, ਕੋਈ ਵੀ ਹੀਲਾ ਵਸੀਲਾ ਨਹੀਂ ਸੁਝਦਾ। ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਗੁਰੂ ਨਾਨਕ ਦੇਵ ਜੀ ਦੇ 9ਵੇਂ ਜਿਹੜੀ ਗੱਦੀ ਤੇ ਵਿਰਾਜਮਾਨ ਗੁਰੂ ਤੇਗ ਬਹਾਦਰ ਜੀ ਕੀ ਕਹਿ ਰਹੇ ਨੇ ਕਿ ਕਹੋ ਨਾਨਕ ਅਬ ਓਟ ਹਰ, ਹੈ ਪ੍ਰਮਾਤਮਾ ਤੇਰੀ ਓਟ ਹੁਣ ਮੈਂ ਤੱਕ ਰਿਹਾ ਹਾਂ, ਗੱਜ ਜਿਉ ਹੋ ਸਹਾਏ। ਜਿਵੇਂ ਤੁਸੀਂ ਹਾਥੀ ਦੀ ਗੱਜ ਮਤਲਬ ਹਾਥੀ ਦੀ ਸਹਾਇਤਾ ਕੀਤੀ, ਉਵੇਂ ਮੇਰੀ ਕਰੋ। ਹਾਂਜੀ, ਅੱਗੇ 54 ਨੰਬਰ ਸ਼ਲੋਕ ਸੁਣ ਲਓ ਪ੍ਰਤੀ ਉੱਤਰ ਦੇ ਵਿੱਚ। ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ। ਗੁਰੂ ਗੋਬਿੰਦ, ਕਈ ਵਿਦਵਾਨਾਂ ਦਾ ਕਹਿਣਾ ਹੈ, ਹਾਲਾਂਕਿ ਸਾਰੇ ਸ਼ਲੋਕ ਗੁਰੂ ਤੇਗ ਬਹਾਦਰ ਜੀ ਦੇ ਹੀ ਹੈ, ਪਰ ਕਈ ਵਿਦਵਾਨ ਮੰਨਦੇ ਆ ਇਹ ਗੱਲ ਨੂੰ ਵੀ ਸ਼ਲੋਕ ਨੰਬਰ 54 ਹੈ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਰਚਿਆ। ਬਲ ਹੁਆ ਬੰਧਨ ਛੁੱਟੇ, ਕਿ ਬਲ ਆ ਗਿਆ, ਸਾਰੇ ਬੰਧਨ ਜਿਹੜੇ ਹੀਲੇ ਵਸੀਲੇ ਸਾਰੇ ਆ ਗਏ, ਸਾਰੇ ਕੁਛ ਸਭ ਕੁਛ ਹੋਤ ਉਪਾਏ, ਸਾਰੇ ਉਪਾਵ ਹੋ ਗਏ। ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਪ੍ਰਮਾਤਮਾ ਸਾਰਾ ਕੁਛ ਤੇਰੇ ਹੱਥ ਵਿੱਚ ਹੈ, ਤੂੰ ਹੀ ਸਾਡੀ ਸਹਾਇਤਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਦੀ ਵਾਰ ਤੇ ਇੱਕ ਖਿਆਲ ਮਿੱਤਰ ਪਿਆਰੇ ਨੂੰ, ਦੋ ਹੀ ਰਚਨਾਵਾਂ ਪੰਜਾਬੀ ਦੇ ਵਿੱਚ ਹੈ ਜੀ। ਬਾਕੀ ਸਾਰੀਆਂ ਰਚਨਾਵਾਂ ਬ੍ਰਿਜ ਭਾਸ਼ਾ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ। ਕੇਵਲ 2 ਰਚਨਾਵਾਂ, ਇੱਕ ਚੰਡੀ ਦੀ ਵਾਰ ਤੇ ਇੱਕ ਖਿਆਲ ਮਿੱਤਰ ਪਿਆਰੇ ਨੂੰ, 2 ਰਚਨਾਵਾਂ। ਬਾਕੀ ਸਾਰੀ ਰਚਨਾ ਬ੍ਰਿਜ ਭਾਸ਼ਾ ਦੇ ਵਿੱਚ ਹੈ, ਜੋ ਤੁਹਾਨੂੰ ਪਤਾ ਹੀ ਹੈ 10ਮ ਗ੍ਰੰਥ ਦੇ ਵਿੱਚ ਅੰਕਿਤ ਹੈ। ਹਾਂਜੀ, ਚੰਡੀ ਦੀ ਵਾਰ ਵੀਰ ਰਸੀ ਵਾਰ ਹੈ। ਜਦੋਂ ਆਪਾਂ ਵੀਰ ਕਾਵਤਾਰਾ ਪੜ੍ਹਾਂਗੇ ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੜ੍ਹਾਂਗੇ। ਬਸ ਫਿਰ ਉੱਥੇ ਆਪਾਂ ਚੰਡੀ ਦੀ ਵਾਰ ਦੀ ਗੱਲ ਕਰਾਂਗੇ, ਪੂਰਾ ਖੋਲ੍ਹ ਕੇ ਗੱਲ ਕਰਾਂਗੇ ਚੰਡੀ ਦੀ ਵਾਰ 'ਤੇ। ਇਸ ਨੂੰ ਭਗਉਤੀ ਦੀ ਵਾਰ ਵੀ ਕਿਹਾ ਜਾਂਦਾ ਹੈ। ਇਹ ਵਾਰ ਦੇ ਵਿੱਚ ਕੀ ਆ? ਮਾਰਕੰਡੇ ਪੁਰਾਣ ਵਿੱਚ, ਪੁਰਾਣਾਂ ਦੇ ਵਿੱਚ ਇੱਕ ਮਾਰਕੰਡੇ ਪੁਰਾਣ ਦੇ ਵਿੱਚ ਇੱਕ ਪੌਰਾਣਿਕ ਕਥਾ ਦਰਜ ਹੈ। ਕਿਹੜੀ? ਦੁਰਗਾ ਤੇ ਦੈਂਤਾਂ ਦੀ ਲੜਾਈ ਦੇ ਉੱਪਰ ਆਧਾਰਿਤ ਹੈ। ਉਸ ਨੂੰ ਪੰਜਾਬੀ ਦੇ ਵਿੱਚ ਕਿਸ ਨੇ ਰਚਿਆ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਦੁਰਗਾ ਨੂੰ ਇੱਥੇ ਚੰਡੀ ਭਾਵ ਸ਼ਕਤੀ ਦੇ ਪ੍ਰਤੀਕ ਵਜੋਂ ਵਰਤਿਆ। ਧਿਆਨ ਰੱਖਿਓ, ਦੁਰਗਾ ਕਿਸ ਦਾ ਪ੍ਰਤੀਕ ਹੈ ਜੀ? ਚੰਡੀ ਭਾਵ ਸ਼ਕਤੀ ਦਾ। ਵੀਰ ਅਸੀਂ ਭਾਵਾਂ ਇਸ ਵਾਰ ਦੀਆਂ 55 ਪੌੜੀਆਂ ਹਨ, 55 ਪੌੜੀਆਂ, ਕਿਉਂਕਿ ਵਾਰ ਪੌੜੀਆਂ 'ਚ ਰਚੀ ਜਾਂਦੀ ਹੈ। ਨਿਸ਼ਾਨੀ ਤੇ ਸਿਰਖੰਡੀ ਦੀ ਸਫਲ ਵਰਤੋਂ ਕੀਤੀ ਗਈ ਹੈ ਜੀ। ਆਹ ਜਿਹੜਾ ਹੈਗਾ, ਆ ਉਦਾਹਰਣ ਹੈ ਜਿਹੜਾ, ਇਹ ਸਿਰਖੰਡੀ ਛੰਦ ਦਾ ਇੱਕ ਨਮੂਨਾ ਹੈ। ਸਿਰਖੰਡੀ ਛੰਦ ਦੇ ਵਿੱਚ, ਨਿਸ਼ਾਨੀ ਛੰਦ ਦੇ ਵਿੱਚ ਤਾਂ ਅੰਤ ਦੇ ਵਿੱਚ ਤੁਕਾਂਤ ਮੇਲ ਹੁੰਦਾ ਹੈ, ਪਰ ਸਿਰਖੰਡੀ ਛੰਦ ਦੇ ਵਿੱਚ ਕੀ ਹੁੰਦਾ ਹੈ? ਮੱਧ ਦੇ ਵਿੱਚ ਤੁਕਾਂਤ ਮੇਲ ਹੁੰਦਾ ਹੈ। ਸਿਰਖੰਡੀ ਛੰਦ ਵਿੱਚ ਮੱਧ ਦੇ ਵਿੱਚ ਦੇਖੋ ਕਿਵੇਂ, ਇੱਕ ਵਾਰੀ ਮੈਂ ਪੜ੍ਹ ਕੇ ਸੁਣਾਉਣਾ। ਚੰਡੀ ਦੀ ਵਾਰ ਦਾ ਉਦਾਹਰਣ ਹੈ। ਸੱਟ ਪਈ ਜਮਧਾਣੀ ਦਲਾ ਮੁਕਾਬਲਾ, ਤੋ ਲਈ ਕਿਰਪਾਣੀ ਦੁਰਗਾ ਮਿਆਨ ਤੇ, ਚੰਡੀ ਰਾਕਸ ਖਾਣੀ ਵਾਹੀ ਦੈਤ ਨੂੰ, ਕੋਪਰ ਚੂਰ ਚਮਾਣੀ ਲੱਥੀ ਕਰਗਲੈ,
पाखर तुरा पलानी रड़की धरत जाए लैंदी अगा सिधानी ਸਿੰਘਾਂ ਧੌਲਦਿਆਂ कूरम सिर लहलानी दुश्मन मार के। मैं तुहानूं कहा सी सिरखंडी छंद वो हुंदा है बेटा जी जिहदे विच जिहड़ा तुकांत मेल है ਉਹ ਵਿਚਾਲੇ ਹੋਵੇ। देखो अंत दे विच तां है नहीं इत्थे मुकाबला है इत्थे म्यान ते दैत नूं करगल है धरत जाए धौलदियां मार के मतलब नहीं गा अंत दे विच है नहीं मध दे विच हैगा हाँ जी जमदानी किरपाणी खानी चवानी पलानी सिधानी लहलानी इको जी धुनी वाले शब्द आउण जिहड़े उस नूं कहा जाता है तुकांत मेल हो रहा कि नहीं मध दे विच विचाले हो रहा बेटा जी इस नूं कहा जाता है सिरखंडी छंद। चंडी दी वार जदों पढ़ांगे उदों निशानी ते सिरखंडी छंद दोनों की गल करांगे। 55 पौड़ियां दे विच किन्नियां पौड़ियां ते निशानी छंद वरत्या किन्नियां ते सिरखंडी ਇਹਦੀ भी गल करांगे शानदार तरीके नाल करांगे बेटा जी। एक बार अपनियां कॉमन गल्लां आपां देखणीआं। हाँ जी इस वार तो बिना एक ख्याल रूप दे विच मित्र प्यारे नूं हाल मरीदां दा कहना वाला शब्द है जिहड़ा ओह गुरु गोबिंद सिंह जी ने माछीवाड़े दे जंगलां विच गुरु गोबिंद सिंह जी पए होए है उत्थे उचारिया जी। देखो किड्डा शानदार है। मित्र प्यारे नूं हाल मरीदां दा कहना तुद बिन रोग रजाइयां दा ओढ़ण नाग निवासां दे रहना सूल सुराही खंजर प्याला बिंग कसाइयां दा सहना यारड़े दा सानू सत्थर चंगा पठ खेड़ियां दा रहना। लो जी ये ख्याल है पंजाबी दे विच प्योर पंजाबी दे विच लिखिया होया बेटा जी कोई दिक्कत नहीं तुहानूं थोड़े थोड़े अर्थ दे पता लग गए होने। बस याद रखियो भी एक ख्याल रचिया जिहदा सरलेख है मित्र प्यारे नूं। बाकी सारी बाणी ब्रज भाषा दे विच है। देखो जाप अकाल उस्ताद मैं तुहानूं दस्सिया सी जप बाणी है जिहड़ी जज्जे तो कन्ना हटा दो जप जप बाणी गुरु नानक देव जी की रचना है जो श्री गुरु ग्रंथ साहिब जी दे विच सब तो पहला अंकित की गई है। जाप बाणी गुरु गोबिंद सिंह जी की रचना है जो 10वें ग्रंथ दे विच सब तो पहला अंकित है। लो जी अकाल उस्ताद बचित्र नाटक चंडी चरित्र उक्ति विलास चंडी चरित्र दूजा वार श्री भगवती जी की। ये ध्यान रखियो ये कोई भी पंजाबी दे विच नहीं है। पंजाबी दे विच है जिहड़ा नाम उहनूं कहा गया चंडी दी वार भगवती दी वार क्या है इत्थे कुछ नहीं गा। बस ये इत्थे जिहड़ा ये ब्रज भाषा दे विच है चंडी चरित्र उक्ति विलास जिन्हों दूसरा नाम कहा जाता है। इनू ऐ ना समझो भी चंडी चरित्र वो चंडी दी वार तो यह अलग है। चंडी चरित्र दूजा वार श्री भगवती जी की ये ब्रज भाषा दीयां रचनावां है। वो चंडी दी वार है जिहड़ी वो पंजाबी दी रचना है। ध्यान रखियो बेटा जी। ज्ञान प्रबोध 24 अवतार सवैये खालसा महिमा चरित्रोपख्यान शस्त्रनाम माला अते जफरनामा प्रसिद्ध रचना जफरनामा जाप साहिब 10वें ग्रंथ के आरंभ विच है जी। ध्यान रखियो बहुत शानदार प्रश्न बनते हैं। कुल 199 बंद है ये 199 पंजाबी दे विच 199 199 बंद 22 छंदा की वरतों है। परमात्मा की सिफत की है। परमात्मा नूं 735 विशेष या कर्मनावां दे नाल संबोधित किया। 3 प्रश्न बनते हैं। कुल 199 बंद जाप साहिब की भाषा ब्रज भाषा 22 छंदां की वरतों जाप साहिब कली बाणी दे विच इस विच परमात्मा नूं कुल 735 विशेष नावां दे नाल संबोधित किया है जी। बहुत शानदार रची हुई है। अकाल उस्ताद है जिहड़ी जाप साहिब दे वर्गी बाणी है। अकाल पुरख ते उस तो पैदा किए गए सृष्टि के पसारे की महिमा है जी। उहदे विच की है 171 छंद अते अंत विच एक अद्धा छंद है। मतलब किन्ने है जी 171 प्लस अद्धा। हाँ जी ठीक है। ब्रज भाषा के नाल नाल पूर्वी हिंदी की भी वरतों की गई है। ध्यान रखियो बहुत शानदार प्रश्न बनता है। इस तो हार्ड प्रश्न ही नहीं बनता कोई। ध्यान रखियो इस दे विच अकाल उस्ताद दे विच ब्रज भाषा के नाल नाल किहड़ी भाषा की वरतों की गई है पूर्वी हिंदी।
ਤਾਂ ਪ੍ਰਸਾਦ ਸਵਈਏ ਜਿਹੜੇ ਉਹ ਅਕਾਲ ਉਸਤਤ ਦੇ ਵਿੱਚੋਂ ਲਏ ਗਏ ਹਨ। ਗਿਣਤੀ ਇਹਨਾਂ ਦੀ 10 ਹੈ। ਜਦੋਂ ਸਵੇਰ ਵੇਲੇ ਇਸ ਨੂੰ ਨਿਤਨੇਮ ਦੀ ਬਾਣੀ ਦੇ ਵਿੱਚ ਵੀ ਉਚਾਰਿਆ ਜਾਂਦਾ। ਜਿਹੜੇ ਮਤਲਬ ਗੁਰਸਿੱਖ ਮਤਲਬ ਕੀ ਹੈ ਵੀ ਇਸ ਨੂੰ ਜਿਵੇਂ ਹੁਣ ਸਵੇਰੇ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਉਹਨਾਂ ਦੀ ਗਿਣਤੀ 5 ਹੈ, ਨਿਰਧਾਰਿਤ ਕੀਤੀ ਗਈ ਹੈ, ਜਿਹਦੇ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਉਸ ਤੋਂ ਬਾਅਦ ਤਾਂ ਪ੍ਰਸਾਦ ਸਵਈਏ, ਫਿਰ ਚੌਪਈ ਸਾਹਿਬ, ਫਿਰ ਆਨੰਦ ਸਾਹਿਬ। ਮਤਲਬ ਇਹ 5 ਪੜ੍ਹੀਆਂ ਜਾਂਦੀਆਂ ਹੈ। ਇਸ ਦਾ ਇੱਕ ਮਤਲਬ ਕੀ ਆ ਵੀ ਅਕਾਲ ਤਖਤ ਸਾਹਿਬ ਵੱਲੋਂ ਕਹਿ ਲਓ ਜਾਂ ਕਿਵੇਂ ਵੀ, ਇਸ ਦਾ ਇੱਕ ਨਿਯਮ ਰੂਲ ਨਿਰਧਾਰਿਤ ਕੀਤਾ ਗਿਆ ਹੈ। ਇਹਨਾਂ ਨੂੰ ਨਿਤਨੇਮ ਵਿੱਚ ਸ਼ਾਮਲ ਹੋਣ ਕਾਰਨ ਸੁਦਾ ਸਵਈਏ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਤਵ ਪ੍ਰਸਾਦ ਸਵਈਏ, ਜਿਨ੍ਹਾਂ ਦੀ ਗਿਣਤੀ 10 ਹੈ, ਜੋ ਅਕਾਲ ਉਸਤਤ ਦੇ ਵਿੱਚੋਂ ਲਏ ਗਏ ਹਨ। ਅਕਾਲ ਉਸਤਤ ਦੇ ਵਿੱਚ ਕੀ ਹੈ, 171 ਛੰਦ ਤੇ ਅੰਤ ਵਿੱਚ ਅੱਧਾ ਛੰਦ ਹੈ, ਜਿਹਦੇ ਵਿੱਚ ਬ੍ਰਜ ਭਾਸ਼ਾ ਦੇ ਨਾਲ ਨਾਲ ਪੂਰਬੀ ਹਿੰਦੀ ਭਾਸ਼ਾ ਦੀ ਵੀ ਵਰਤੋਂ ਕੀਤੀ ਗਈ ਹੈ। ਇਸ ਤੋਂ ਬਿਨਾਂ ਚੌਪਈ ਸਾਹਿਬ ਹੈ ਜਿਹੜੀ ਉਹ ਅਰਦਾਸ ਰੂਪ ਵਿੱਚ ਰਚੀ ਗਈ ਬਾਣੀ ਹੈ। ਧਿਆਨ ਰੱਖਿਓ, ਇਹਦੇ ਵਿੱਚ ਸਵਈ ਕਿੰਨੀਆਂ ਅੰਕ, ਇਹ ਵੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਪੜ੍ਹੀ ਜਾਂਦੀ ਹੈ। ਚੌਪਈ ਸਾਹਿਬ 25 ਚੌਪਈਆਂ ਸੰਕਲਿਤ ਹਨ। ਧਿਆਨ ਰੱਖਿਓ, 25 ਹੈ ਗਿਣਤੀ ਇਹਨਾਂ ਦੀ ਚੌਪਈਆਂ ਦੀ। ਚੌਪਈ ਸਾਹਿਬ ਹੈ ਜਿਹੜੀ ਅਰਦਾਸ ਰੂਪ ਵਿੱਚ, ਕਿਹੜੇ ਰੂਪ ਵਿੱਚ ਰਚੀ ਗਈ ਹੈ ਜੀ? ਅਰਦਾਸ ਰੂਪ ਵਿੱਚ, ਅਰਦਾਸ ਜੋਦੜੀ ਬੇਨਤੀ ਰੂਪ ਵਿੱਚ। ਪਰਮਾਤਮਾ ਨੂੰ ਸ੍ਰਿਸ਼ਟੀ ਦੇ ਪਸਾਰੇ ਦਾ ਮੂਲ ਵਿਸਤਾਰ ਤੇ ਕਰਨਾਧਾਰ ਪ੍ਰਸਿੱਧ ਕਰਦੀ ਹੈ। ਬਚਿੱਤਰ ਨਾਟਕ ਇੱਕ ਵੱਡ ਆਕਾਰੀ ਬਿਰਤਾਂਤਕ ਰਚਨਾ ਹੈ। ਬਿਰਤਾਂਤ ਦਾ ਸ਼ਾਬਦਿਕ ਅਰਥ ਹੁੰਦਾ ਹੈ ਘਟਨਾ ਨੂੰ ਦੱਸਣ ਦਾ ਤਰੀਕਾ। ਕੋਈ ਘਟਨਾ, ਕੋਈ ਉਸ ਨੂੰ ਦੱਸਣ ਦੀ ਜੁਗਤ ਜਿਹੜੀ ਵਿਧੀ ਹੁੰਦੀ ਹੈ, ਢੰਗ ਹੁੰਦਾ ਜਿਹੜਾ, ਉਸ ਨੂੰ ਕਿਹਾ ਜਾਂਦਾ ਹੈ ਬਿਰਤਾਂਤ। ਹਿੰਦੀ ਦੇ ਵਿੱਚ ਵਰਤਾਂਤ ਪੜ੍ਹਦੇ ਆ ਤੁਸੀਂ, ਯਾਤਰਾ ਵਰਤਾਂਤ, ਉਸ ਨੂੰ ਬਿਰਤਾਂਤ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਆਤਮ ਕਥਾ 'ਤੇ ਆਧਾਰਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਹੈ ਜਿਹੜੀ ਉਹ ਬਚਿੱਤਰ ਨਾਟਕ ਦੇ ਵਿੱਚ ਲਿਖੀ ਹੋਈ ਹੈ। ਉਹਨਾਂ ਦੇ ਪੂਰਬਲੇ ਜਨਮ, ਪਹਿਲਾ ਜਿਹੜਾ ਪਿਛਲਾ ਜਨਮ। 14 ਅਧਿਆਏ ਵਿੱਚ ਵੰਡੀ ਹੈ ਜੀ। 471 ਛੰਦ ਹੈ ਜੀ। ਇਸ ਦਾ ਘਟਨਾਕ੍ਰਮ ਜਿਹੜਾ ਹੈਗਾ ਭਾਸ਼ਾ ਬ੍ਰਜ ਹੈ, ਬਿਲਕੁਲ ਸਹੀ ਹੈ। ਘਟਨਾ ਕਾਲ ਹੈ ਜਿਹੜਾ 1696-97 ਤੱਕ ਜਾਂਦਾ ਹੈ। ਖਾਲਸਾ ਪੰਥ ਦੀ ਸਥਾਪਨਾ 1699 ਵਿੱਚ, ਉਸ ਦਾ ਜ਼ਿਕਰ ਇਹਦੇ ਵਿੱਚ ਨਹੀਂ ਹੈ। ਬਚਿੱਤਰ ਨਾਟਕ ਦੇ ਵਿੱਚ, ਬਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਤੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਕੀ ਹੈ ਕਿ ਇਹ 1696 ਤੋਂ 1697 1697 ਤੱਕ ਇਸ ਦੀ ਘਟਨਾ ਜਿਹੜੀ ਉਹ ਜਾਂਦੀ ਹੈ। ਯਾਦ ਸ਼ਬਦ ਕੀਤੇ ਫੌਰੀ, ਥੈਂਕ ਯੂ, ਸੌਰੀ। ਸ਼੍ਰੀ ਗੁਰੂ ਹੁਣ ਅੱਗੇ ਕੀ ਹੈ, ਗੁਰੂ ਸਾਹਿਬ ਦੇ ਜੀਵਨ ਦੇ ਪਹਿਲੇ 30 ਵਰ੍ਹਿਆਂ ਦਾ ਵਰਣਨ ਹੈ ਜੀ। ਬਿਲਕੁਲ ਸਹੀ ਹੈ, 30 ਵਰ੍ਹੇ ਹੀ ਬਣਦੇ ਆ 1696 ਤੱਕ। ਚੰਡੀ ਚਰਿੱਤਰ, 24 ਅਵਤਾਰ ਤੇ ਬ੍ਰਹਮਾ ਰੁਦਰ ਅਵਤਾਰ ਦੇ ਪ੍ਰਸੰਗ ਇਸ ਜਿਹੜੀ ਬਚਿੱਤਰ ਨਾਟਕ ਕਥਾ ਦੇ ਵਿੱਚ ਹੈਗੇ ਹੈ ਜੀ। ਚੰਡੀ ਚਰਿੱਤਰ, ਉਕਤੀ ਵਿਲਾਸ ਤੇ ਵਾਰ ਦੁਰਗਾ ਕੀ, ਇਹ 2 ਹੋਰ ਪ੍ਰਸਿੱਧ ਹੈ ਜੀ। ਚੰਡੀ ਚਰਿੱਤਰ ਹੈਗਾ ਜਿਹੜਾ ਉਹ ਸੰਸਕ੍ਰਿਤ ਦੀ ਪ੍ਰਸਿੱਧ ਰਚਨਾ। ਦੁਰਗਾ ਸਪਤਸ਼ਤੀ ਦਾ ਖੁੱਲ੍ਹਾ ਕਾਵ ਅਨੁਵਾਦ ਮਾਰਕੰਡੇ ਪੁਰਾਣ ਦੇ 81 ਤੋਂ 94 ਅਧਿਆਵਾਂ ਵਿੱਚ ਅੰਕਿਤ ਹੈ। ਦੇਵੀ ਦੁਰਗਾ ਦੀ ਕਥਾ ਬਿਆਨ ਕੀਤੀ ਹੈ। 700 ਸ਼ਲੋਕ ਹੈ, 8 ਅਧਿਆਏ ਹੈ, 233 ਬੰਦ ਹੈ। ਸਭ ਤੋਂ ਵੱਡੀ ਗੱਲ ਸ਼ਬਦ ਤੇ ਸਵਈਏ ਵਿੱਚ ਠੀਕ ਹੋ ਗਈ। ਹੁਣ ਆ ਗਿਆ ਜੀ ਜ਼ਫਰਨਾਮਾ। ਤੁਹਾਨੂੰ ਪਤਾ ਹੀ ਹੈ ਔਰੰਗਜ਼ੇਬ ਨੂੰ ਇੱਕ ਪ੍ਰਤੀ ਉੱਤਰ ਦੇ ਵਿੱਚ ਲਿਖੀ ਗਈ ਚਿੱਠੀ ਫਾਰਸੀ ਦੇ ਵਿੱਚ ਹੈ। ਧਿਆਨ ਰੱਖਿਓ, ਜ਼ਫਰਨਾਮਾ ਦੀ ਭਾਸ਼ਾ ਹੈ ਜਿਹੜੀ ਉਹ ਫਾਰਸੀ ਹੈ। ਚੂੰਕਾਰ ਅਜ਼ਮਾ ਹੀਲਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਇਹ ਫਾਰਸੀ ਹੈ। ਮੈਨੂੰ ਪਤਾ ਨਹੀਂ ਕੀ ਆਉਂਦਾ, ਦੇਖ ਲਓ, ਰੱਬ ਸੁੱਖ ਰੱਖੇ। ਹਾਂਜੀ, ਜ਼ਫਰਨਾਮਾ ਆਪ ਜੀ ਦੀ ਪ੍ਰਸਿੱਧ ਫਾਰਸੀ ਰਚਨਾ ਹੈ। ਔਰੰਗਜ਼ੇਬ ਦੀ ਸ਼ਾਹੀ ਚਿੱਠੀ ਦੇ ਜਵਾਬ ਵਿੱਚ ਲਿਖੀ ਗਈ ਹੈ। ਔਰੰਗਜ਼ੇਬ ਬਾਦਸ਼ਾਹ ਸ਼ਾਹੀ ਚਿੱਠੀ ਲਿਖੀ ਹੈ ਉਹਨੇ। ਇਹਦੇ ਵਿੱਚ ਵੀਰਤਾ, ਨਿਡਰਤਾ, ਸਵੈ ਵਿਸ਼ਵਾਸ ਦੇ ਨਾਲ ਨਾਲ ਔਰੰਗਜ਼ੇਬ ਨੂੰ ਲਾਹਣਤਾਂ ਪਾਈਆਂ ਗਈਆਂ ਹਨ ਜੀ ਜ਼ਫਰਨਾਮਾ ਦੇ ਵਿੱਚ। ਪੂਰੀ ਗੱਲ ਕਰਾਂਗੇ ਜ਼ਫਰਨਾਮਾ 'ਤੇ। ਦਸ਼ਮ ਗ੍ਰੰਥ ਵਿੱਚ ਸਮੁੱਚੀ ਬਾਣੀ ਹੈ ਜਿਹੜੀ ਉਹ ਗੁਰੂ ਸਾਹਿਬ ਦੀ ਸਰਵਸ਼੍ਰੇਸ਼ਟ ਕਾਵ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ ਜੀ। ਹਾਂ ਜੀ, ਦਸਮ ਗ੍ਰੰਥ ਵਿੱਚੋਂ ਕੁਝ ਕੁ ਨਮੂਨੇ ਦਿੱਤੇ ਆ। ਲਓ ਜੀ, ਜਾਪ ਸਾਹਿਬ ਹੈ ਜਿਹੜਾ ਉਹ ਸ਼ੁਰੂ ਹੀ ਐਵੇਂ ਹੁੰਦਾ ਹੈ। ਜਪਜੀ ਸਾਹਿਬ ਸ਼ੁਰੂ ਹੁੰਦਾ ਹੈ ਮੂਲ ਮੰਤਰ ਤੋਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੋਂ। ਪਰ ਜਾਪ ਸਾਹਿਬ ਹੈ ਜਿਹੜਾ ਉਹ ਇੱਥੋਂ ਸ਼ੁਰੂ ਹੁੰਦਾ ਹੈ ਜੀ। ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ।
अचल मूर्त अनभाव प्रकाश अमितोज कहिजै कोट इंद्र इंद्राण साहि साहान गणिजै तेरे पवन महीप सुर नर असुर नेत नेत बन तृण कहत त्वै सर्वनाम कथै कवन कर्म नाम बरनत सुमत। इत्थों तक है जी जाप साहब शुरू होंदा, मतलब कुल 199 बंद है, सारे तो नहीं मैं सुना सकता पर शुरू वाला मैनू याद है। हाँ जी, अगे त्वै प्रसाद सवैये ਜਿਹੜੇ मैं ਤੁਹਾਨੂੰ ਦੱਸਿਆ ਸੀ ਜਿਨ੍ਹਾਂ ਨੂੰ ਸੁਧਾ ਸਵਈਏ ਵੀ ਕਿਹਾ ਜਾਂਦਾ, ਇਹਨਾਂ ਦੀ ਗਿਣਤੀ 10 ਹੈ। ਉਹਦੇ ਵਿੱਚੋਂ ਇੱਕ ਉਦਾਹਰਣ ਹੈ ਕਾਹੂ ਲੈ ਪਾਹਨ ਪੂਜਤ ਰਿਓ ਸਿਰ, ਪਾਹਨ मतलब पत्थर। काहू लै लिंग गरे लटकायो काहू लखियो हर अवाची दिशा में है काहू पछा को सीस नवायो। तो प्रसाद दे विचों चौपाई साहिब दे विचों उदाहरण 25 चौपाइयां अंकित कीतियां गईयां। चौपाई साहिब दे विच अरदास रूप विच रची हुई बाणी हमरी करो हाथ दै रक्षा पूर्ण होए चित्त की इच्छा। लो जी बचित्र नाटक दे विच उदाहरण है गुरु गोबिंद सिंह जी की पूर्वले जन्म की कथा ते अगले जड़े गुरु गोबिंद सिंह जी का जड़ा उन्हां दा जीवन सी उहदे शुरू वाले 30 सालों की कथा जिहड़ी बचित्र नाटक दे विच लिखी गई है। यह एक तरह की गुरु गोबिंद सिंह जी की स्वै जीवनी मान लो। हम यह काज जगतमो आए धर्म हेत गुरदेव पठाए जहाँ तहाँ तुम धर्म बिथारो दुष्ट दोखियन पकड़ पछारो। एक होर है जी उदाहरण दसम कथा भागवत की पाखा करी बनाए अवर अवर वासना नाहि प्रभ धर्म युद्ध के चाहे। लो जी गल हो गई अपनी क्लीयर बेटा जी। आप अज पढ़े है गुरु तेग बहादुर जी अते श्री गुरु गोबिंद सिंह जी। अगली जिहड़ी जमात होगी उहदे विच गुरमत कावधारा दे कुछ होर कवियां दी गल करांगे, भगतां दी बाणी दा वेरवा, इन्हां दी पूरी एक क्लास दे विच सारा कुछ खत्म। उस तो बाद आपां इसनूं वेरवे नाल पढ़ांगे। ये जिहड़ा आपां जिहड़ा गुरमत काव है इहदे विचों प्रश्न बहुत आउणे आ बेटा जी। आपां एक एक प्रश्न चुन चुन के लियाउणा। उस तो बाद होर भी 11वीं वाली अपनी किताब दे विच होर देखो तुसीं किहड़ा पाठ है जिहड़ा गुरमत कावधारा दे नाल संबंधित है। सिलेबस दे विच देखो बेटा जी वो आपां नाल ही उहदी भी तुहानूं वीडियो दे दूँगा मैं। हाँ जी आ जाओ बेटा जी आ जाओ। हाँ गुरमत कावधारा दे विच ही आउंदे आ। बाबा शेख फरीद आपां पढ़ लिया सी, गुरु नानक देव जी पढ़ांगे, गुरु अर्जन देव जी, गुरु तेग बहादुर जी, भाई गुरदास जी ते श्री गुरु गोबिंद सिंह जी। लो जी आपां इन्ने पढ़ने आ बेटा जी। आह जिहड़े है 2 तो लैके 6 इन्हां दी भी एक वीडियो पूरी बना दूंगा, ये भी दे दूंगा तुहानूं। उहदे विच जमात 11 लिख दूंगा वीडियो के सरलेख विच, तुहानूं पता लग जूगा भी ये जमात 11 विचों है। ਇਹਦੇ ਵਿੱਚੋਂ भी प्रश्न ਤੁਹਾਨੂੰ मिलणगे। इनू पढ़ के रखियो, तैयारी करके रखियो। ਜਿਹੜੇ भी कोई ਇਹਦੇ ਵਿੱਚ शब्द ਜਿਹੜੇ ਦਿੱਤੇ ਹੋਏ ਨੇ ਬੰਦ ਕਾਵਬੰਦ ਉਹਨਾਂ ਸਾਰਿਆਂ ਦੀ ਸ਼ਾਨਦਾਰ ਵਿਆਖਿਆ ਕਰਾਂਗੇ ਆਪਾਂ ਤੇ ਉਹਦੇ ਵਿੱਚੋਂ ਪ੍ਰਸ਼ਨ ਚੁਣਾਂਗੇ ਆਪਾਂ ਵੀ ਕਿਵੇਂ ਪ੍ਰਸ਼ਨ ਪੁੱਛਿਆ ਜਾਂਦਾ ਹੈ। ਬਸ ਕਾਪੀ ਪੈਨ ਲੈ ਕੇ ਤਿਆਰ ਰਹੋ, ਕਿਤਾਬ ਆਹ ਰੱਖ ਲਿਓ ਸਾਹਮਣੇ ਤੇ ਕਿਤਾਬ ਤੇ ਹੀ ਨੋਟਸ ਲਾ ਦਿਓ ਜਿਵੇਂ ਜਿਵੇਂ ਮੈਂ ਕਹਾਂ। ਲਓ ਜੀ ਗੱਲ ਕਰਦੇ ਹਾਂ ਜੀ, ਜਲਦੀ ਆਪਾਂ ਅਗਲੀ ਜਮਾਤ ਦੇ ਵਿੱਚ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।